ਪਾਕਿਸਤਾਨ ਦੇ ਵਿੱਚ ਮੈਂ ਅਕਸਰ ਕਹਿਣਾ ਕਿ ਹਿਸਟਰੀ ਪੜ੍ਹਾਉਣ ਵਾਲੇ ਲੋਕ ਮੌਜੂਦ ਨੇ। ਹਰ ਕਾਲਜ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਹਿਸਟਰੀ ਪੜ੍ਹਾਉਣ ਵਾਲਾ ਕੋਈ ਉਸਤਾਦ ਮਿਲ ਜਾਏਗਾ, ਬਹੁਤ ਸਾਰੇ ਉਸਤਾਦ ਮਿਲ ਜਾਣਗੇ, ਲੇਕਿਨ ਹਿਸਟੋਰੀਅਨ ਕੋਈ ਨਹੀਂ ਹੈ, ਮੋਰਖ ਕੋਈ ਨਹੀਂ ਹੈ। ਤਾਰੀਖ ਪੜ੍ਹਾਉਣ ਵਾਲੇ ਹੈ ਨੇ, ਉਸਤਾਦ ਨੇ, ਲੇਕਿਨ ਮੋਰਖ ਨਹੀਂ ਹੈ। ਅੱਛਾ, ਸੇਮ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਮਿਸਾਲ ਦੇ ਤੌਰ ਤੇ ਡਾਕਟਰ ਜਿਹੜੇ ਮੌਰਖ ਹੈ ਵਿਚਾਰੇ ਅੱਜ ਮੁਬਾਰਕ ਅਲੀ ਦੀ ਜਿਵੇਂ ਮੁਬਾਰਕ ਅਲੀ ਨੇ, ਜਿਵੇਂ ਮੁਬਾਰਕ ਨੇ, ਇਹੋ ਜਿਹੇ ਨਹੀਂ ਹੈਗੇ ਨੇ, ਉਹ ਪੜ੍ਹਾਉਣ ਵਾਲੇ ਹੈਗੇ ਨੇ। ਡਾਕਟਰ ਮੁਬਾਰਕ ਅਲੀ ਸਾਹਿਬ ਦਾ ਬੜਾ ਮੁਕਾਮ ਹੈ ਪਾਕਿਸਤਾਨ ਦੇ ਵਿੱਚ ਔਰ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਸਮਝਣਾ ਕਿ ਪਾਕਿਸਤਾਨ ਦੀ ਸੋਸਾਇਟੀ ਨੂੰ ਅਗਰ ਅਸੀਂ ਸਾਹਮਣੇ ਰੱਖੀਏ ਤੇ ਡਾਕਟਰ ਸਾਹਿਬ ਦਾ ਵੀ ਐਕਚੁਅਲ ਜਿਹੜਾ ਮੁਕਾਮ ਹੈ, ਇਹ ਗੱਲ ਮੈਂ ਕਰਨ ਲੱਗਾ, ਕੁਛ ਲੋਕਾਂ ਨੂੰ ਪਸੰਦ ਵੀ ਨਹੀਂ ਆਏਗੀ। ਡਾਕਟਰ ਸਾਹਿਬ ਵੀ ਪਾਕਿਸਤਾਨ ਦੇ ਵਿੱਚ ਅੰਧੋ ਮੇ ਕਾਣਾ ਰਾਜਾ ਵਾਲੀ ਗੱਲ ਹੈ। ਜਿਸ ਤਰ੍ਹਾਂ ਕਹਿੰਦੇ ਨਾ ਕਿ ਅੰਧਿਆਂ ਦੇ ਵਿੱਚ, ਯਾਨੀ ਮੈਂ ਗੱਲ ਸਮਝ ਗਿਆ, ਕੋਈ ਨਹੀਂ ਹੈ ਤੇ ਉਹ ਕੁਛ ਹੈ ਨੇ, ਬਿਹਤਰ ਨੇ, ਉਹਨਾਂ ਦਾ ਕੰਮ ਵੀ ਕਾਫੀ ਹੈ। ਲੇਕਿਨ ਮੈਂ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਹਾਂ, ਇਹ ਗੱਲ ਮੈਂ ਡਾਕਟਰ ਸਾਹਿਬ ਨਾਲ ਵੀ ਇੱਕ ਦਫਾ ਕੀਤੀ ਸੀ। ਮੈਂ ਇਹ ਕਹਿਣਾ ਕਿ ਅਗਰ ਕੋਈ ਬੰਦਾ ਕਹਿੰਦਾ ਕਿ ਮੈਂ ਹਿਸਟੋਰੀਅਨ ਹਾਂ, ਪਾਕਿਸਤਾਨ ਦੇ ਵਿੱਚ ਰਹਿਣਾ, ਔਰ ਉਹਨੇ ਪਾਰਟੀਸ਼ਨ ਜਿਹੜੀ ਹੈ ਇੰਡੀਆ ਦੀ ਤਕਸੀਮ ਤੇ ਕੰਮ ਨਹੀਂ ਕੀਤਾ, ਪਾਰਟੀਸ਼ਨ ਆਫ ਇੰਡੀਆ ਤੇ ਕੰਮ ਨਹੀਂ ਕੀਤਾ, ਉਹ ਕਹਿੰਦਾ ਮੈਂ ਹਿਸਟੋਰੀਅਨ ਹਾਂ, ਮੈਂ ਤਾਂ ਨਹੀਂ ਮੰਨਣ ਵਾਸਤੇ ਤਿਆਰ ਹਾਂ। ਮੇਰੀ ਗੱਲ ਸਮਝ ਰਹੇ ਹੋ? ਦੇਖੋ, ਪਾਕਿਸਤਾਨੀ ਹੋਵੇ ਜਾਂ ਇੰਡੀਅਨ ਹੋਵੇ, ਅਗਰ ਉਹ ਹਿਸਟੋਰੀਅਨ ਹੈ ਤੇ ਉਹਦੀ ਇਹ ਬੁਨਿਆਦੀ ਚੀਜ਼ ਹੈ ਕਿ ਉਹ ਜਿਹੜੀ ਇਤਨਾ ਬੜਾ ਵਾਕਿਆ ਜਾਂ ਹਾਦਸਾ ਹੋਇਆ ਹੈ ਇਸ ਖਿੱਤੇ ਦੇ ਵਿੱਚ, ਉਸ ਦੀ ਉਹ ਤਾਰੀਖ ਤੋਂ ਲਾ ਤਾਲਕ ਹੋਵੇ, ਉਹ ਹਿਸਟੋਰੀਅਨ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਉਹਨੇ ਬਾਕੀ ਜਿਹੜਾ ਕੰਮ ਕੀਤਾ, ਮਸਲਨ ਉਹਨੇ ਉਸ ਤੋਂ ਪਹਿਲੇ ਮੁਗਲ ਇਰਾ ਜਿਹੜਾ ਪੂਰਾ ਉਹਦੇ ਤੇ ਉਹਨਾਂ ਨੇ ਤਾਰੀਖ ਜਿਹੜੀ ਬਿਆਨ ਕੀਤੀ ਹੈ ਜਾਂ ਤਾਰੀਖੀ ਸ਼ੌਰ ਦਿੱਤਾ ਹੈ, ਉਹਦੇ ਤੋਂ ਕੋਈ ਅਸੀਂ ਇਨਕਾਰ ਕਰ ਦਈਏ? ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਇਨਕਾਰ ਕਰ ਦਿਓ, ਲੇਕਿਨ ਮੇਰਾ ਕਹਿਣ ਦਾ ਮਕਸਦ ਇਹ ਹੈ, ਸਹੀ, ਇਹ ਸਾਡੀ ਤਾਰੀਖ ਹੈ, ਸਾਡਾ ਖਿੱਤਾ ਹੈ, ਸਹੀ, ਇਹਦੇ ਵਿੱਚ ਇਸ ਤੋਂ ਵੱਡਾ ਵਾਕਿਆ ਮੇਰੇ ਨਜ਼ਦੀਕ ਕੋਈ ਨਹੀਂ ਹੈ। ਸਰ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਾਂ ਕਿ ਇਸ ਵੰਡ ਨੂੰ ਕਿੰਨਾ ਚਿਰ ਹੋ ਗਿਆ? 77 ਸਾਲ ਹੋ ਗਏ। ਹਾਂ, 77 ਸਾਲ ਹੋ ਗਏ। 77-78 ਸਾਲ ਹੋ ਗਏ, ਇੱਕ ਸਦੀ ਹੋਣ ਵਾਲੀ ਹੈ। ਠੀਕ ਹੈ, ਅਗਰ ਅਸੀਂ ਜ਼ਿੰਦਾ ਰਹੇ ਅਗਲੇ ਕੋਈ ਵੀ 22-25 ਸਾਲ ਤੇ ਅਸੀਂ ਇਹ ਵੀ ਵੇਖ ਲਾਂਗੇ ਕਿ ਜਨਾਬ 100 ਸਾਲ ਵੀ ਹੋ ਜਾਣਗੇ। ਅਜੇ ਤੱਕ ਪਾਕਿਸਤਾਨ ਦੇ ਵਿੱਚ, ਖਾਸ ਤੌਰ ਤੇ ਪਾਕਿਸਤਾਨ ਵਿੱਚ ਔਰ ਈਸਟ ਪੰਜਾਬ ਵਿੱਚ, ਇੰਡੀਆ ਦੇ ਪੰਜਾਬ ਵਿੱਚ ਖਾਸ ਤੌਰ ਤੇ, ਔਰ ਪਾਕਿਸਤਾਨ ਦੇ ਵਿੱਚ ਸਾਡੇ ਇਸ ਪੰਜਾਬ ਵਿੱਚ ਖਾਸ ਤੌਰ ਤੇ, ਔਰ ਬਾਕੀ ਵੈਸੇ ਓਵਰਆਲ ਪੂਰੇ ਮੁਲਕ 'ਚ ਹੀ ਸ਼ਾਇਦ ਕਿਧਰੇ ਕਿਧਰੇ ਹੋਏਗਾ, ਅਸੀਂ ਅਜੇ ਤੱਕ ਰੋਣਾ ਸਾਡਾ ਇਸ ਗੱਲ ਦੀ ਹੈ ਵੰਡ ਹੋਈ ਕਿਉਂ। ਅਸੀਂ ਉਸ ਰੋਣੇ ਧੋਣੇ ਤੋਂ ਬਾਹਰ ਨਹੀਂ ਨਿਕਲ ਰਹੇ। ਗੱਲ ਅਸਲ 'ਚ ਇਹ ਵੇ, ਇੱਕ ਸਾਇੰਸ ਹੈ, ਇੱਕ ਡਿਸਿਪਲਿਨ ਹੈ ਬਕਾਇਦਾ, ਫਿਊਚਰਿਸਟਿਕਸ, ਮੁਸਤਕਬਲਿਆਤ। ਠੀਕ, ਮੁਸਤਕਬਲ ਦੀ ਫਿਕਰ ਕਰੋ ਨਾ। ਮਾਜ਼ੀ 'ਚ ਇੱਕ ਵਾਕਿਆ ਹੋ ਗਿਆ, ਐਸ ਧਰਤੀ ਉੱਤੇ, ਐਸ ਰੋਏ ਜ਼ਮੀਨ ਤੇ ਬਹੁਤ ਵੱਡਾ ਵਾਕਿਆ ਹੋ ਗਿਆ, ਔਰ ਤਾਰੀਖ ਇਨਸਾਨੀ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਹਿਜਰਤ ਵੀ ਹੋਈ ਹੈ। ਠੀਕ ਹੈ, ਤਾਰੀਖ ਇਨਸਾਨੀ ਦੀ ਸਭ ਤੋਂ ਵੱਡੀ ਹਿਜਰਤ ਹੋਈ, ਔਰ ਸ਼ਾਇਦ ਕਿਸੇ ਮੁਲਕ ਦੀ ਵੰਡ 'ਚ ਜਿਹੜਾ ਕਤਲਾਮ ਹੋਇਆ ਉਹ ਵੀ ਸ਼ਾਇਦ ਸਭ ਤੋਂ ਵੱਡਾ, ਇਹ ਜ਼ਿਆਦਾ ਹੋਇਆ ਹੋਵੇ, ਇਹਦਾ ਹਜਮ ਬਹੁਤ ਜ਼ਿਆਦਾ ਹੋਇਆ ਸ਼ਾਇਦ, ਬਲਕਿ ਯਕੀਨਨ ਹੋਏਗਾ, ਤੁਸੀਂ ਬਿਹਤਰ ਸਮਝਦੇ ਹੋ। ਮੈਂ ਕਹਿਣਾ ਕਿ ਭਾਈ ਉਹਨੇ ਇਸ ਤੋਂ ਨਿਕਲ ਜਾਓ। ਜੋ ਹੁਣ ਵੇਖੋ, ਪਾਕਿਸਤਾਨ ਇੱਕ ਹਕੀਕਤ ਹੈ, ਇਹ 4-5 ਦੇ ਸੂਬੇ ਨੇ ਇੱਕ ਹਕੀਕਤ ਹੈ। ਇੰਡੀਆ ਪਾਕਿਸਤਾਨ ਤੋਂ ਅਲੱਗ ਹੋ ਗਿਆ, ਯੂਨਾਈਟਿਡ ਇੰਡੀਆ ਤਕਸੀਮ ਹੋ ਗਿਆ, ਉਹ ਇੱਕ ਅਲੱਗ। ਹੁਣ ਹਿੰਦੁਸਤਾਨ ਇੱਕ ਹਕੀਕਤ ਹੈ, ਉਹਦੇ 3 ਨਾਂ ਨੇ, ਇੰਡੀਆ, ਭਾਰਤ ਤੇ ਹਿੰਦੁਸਤਾਨ, ਇਹਦਾ ਇੱਕੋ ਹੀ ਨਾਂ ਪਾਕਿਸਤਾਨ। ਠੀਕ ਹੈ, ਠੀਕ ਹੈ ਨਾ। ਹੁਣ ਮੁਲਕ ਤਾਂ ਬਣ ਗਏ ਨਾ, ਦੋਵਾਂ ਮੁਲਕਾਂ ਦੀ ਅਲੱਗ-ਅਲੱਗ ਹਕੂਮਤਾਂ ਚੱਲਦੀਆਂ ਪਈਆਂ ਨੇ। ਇੱਧਰ ਕਦੀ ਆਮਰੀਅਤ ਆ ਜਾਂਦੀ, ਕਦੀ ਨਾਮ ਨਿਹਾਦ ਜਮਹੂਰੀਅਤ ਆ ਜਾਂਦੀ, ਇੱਕ ਸਿਲਸਿਲਾ ਚਲੋ ਚੱਲਦਾ ਹੀ ਪਿਆ। ਠੀਕ ਹੈ ਨਾ ਜੀ। ਉਧਰ ਇੱਕ ਹਕੂਮਤਾਂ ਚੱਲਦੀਆਂ ਰਹਿ ਰਹੀਆਂ ਨੇ, ਉਹ ਮਾਮਲਾ ਚੱਲਦਾ ਪਿਆ। ਤੇ ਫਿਊਚਰਿਸਟਿਕ ਹੋਣਾ ਚਾਹੀਦਾ, ਫਿਊਚਰਿਸਟਿਕ ਹੋਣਾ ਚਾਹੀਦਾ। ਮੈਂ ਕਹਿੰਦਾ ਕਿ ਤੁਸੀਂ ਕੱਲ ਦੀ ਹੁਣ ਫਿਕਰ ਕਰੋ, ਤੁਸੀਂ ਮਤਲਬ ਉਹਦਾ ਰੋਣਾ ਧੋਣਾ ਮੁਕਾ ਦਿਓ, ਖਤਮ ਕਰ ਦਿਓ ਬਸ, ਕਿਉਂਕਿ 77 ਸਾਲ ਹੋ ਗਏ ਨੇ। ਤੁਹਾਨੂੰ ਉਹਦੇ 'ਚ ਲੱਭਿਆ ਕੀ? ਹੁਣ ਤੁਸੀਂ ਰੋਵੋਗੇ, ਠੀਕ ਹੈ। ਇਹਦੇ ਤੇ ਬਹੁਤ ਵੱਡਾ ਅਦਬ ਤਖਲੀਕ ਹੋਇਆ ਇਸ ਇਸ਼ੂ ਤੇ, ਇਹ ਵੰਡ ਤੇ। ਇਹਦੇ ਤੇ ਬਹੁਤ
ਮਤਲਬ ਅਦਬ ਤੋਂ ਮੁਰਾਦ ਅਫਸਾਨੇ, ਇਹਦੇ ਤੇ ਕਹਾਣੀਆਂ, ਇਹਦੇ ਦੀ ਸ਼ਾਇਰੀ, ਠੀਕ ਹੈ, ਬਹੁਤ ਕੁਝ ਲਿਖਿਆ ਗਿਆ। ਉਹ ਉਸਤਾਦ ਦਾਮਨ ਦੀ ਬੜੀ ਮਸ਼ਹੂਰ ਜਿਹੜੀ ਨਜ਼ਮ ਹੈਗੀ, ਉਹ ਇੰਡੀਆ 'ਚ ਪੜ੍ਹੀ ਵੀ ਸੀ, ਲਾਲੀ ਅੱਖਾਂ ਦੀ ਪਈ ਦਸਤੀ ਹੈ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ, ਉਹ ਜਿਹੜੀ ਪੂਰੀ ਹੈ ਕਮਾਲ ਦੀ ਹੈ। ਇਹ ਉਹਨਾਂ ਨੇ ਵੰਡ ਤੋਂ ਥੋੜੇ ਅਰਸੇ ਬਾਅਦ ਹੀ ਇਹ ਕਹੀ ਸੀ, ਠੀਕ ਹੈ, ਸੁਣਾਈ ਉਸ ਤੋਂ ਕੁਝ ਸਾਲਾਂ ਬਾਅਦ ਸੀ ਇੰਡੀਆ 'ਚ, ਤੇ ਉਹ ਬੜੀ ਪਜ਼ੀਰਾਈ ਮਿਲੀ। ਇੰਡੀਆ ਦੇ ਵਜ਼ੀਰ ਆਜ਼ਮ ਨੇ ਸੁਣ ਕੇ ਕਿਹਾ ਕਿ ਦਾਮਨ ਸਾਹਿਬ ਨੂੰ ਕਿਹਾ ਵੀ ਜਿਹੜਾ ਨਾ ਤੁਹਾਨੂੰ ਅਸੀਂ ਸ਼ਰੀਅਤ ਦੇ, ਤੁਸੀਂ ਸਾਡੇ ਮੁਲਕ 'ਚ ਰਹਿ ਜਾਓ। ਇਹਨੇ ਕਿ ਨਹੀਂ, ਮੇਰਾ ਜਿਹੜਾ ਵਤਨ ਹੈ ਨਾ ਉਹ ਪਾਕਿਸਤਾਨ ਹੀ ਹੈ, ਤੇ ਮੈਂ ਲਾਹੌਰੀ ਹਾਂ, ਤੇ ਮੈਨੂੰ ਲਾਹੌਰ ਨਾਲ ਮੁਹੱਬਤ, ਮੈਨੂੰ ਵਾਪਸ ਜਾਣਾ, ਮੈਂ ਉੱਥੇ ਹੀ ਰਹਿਣਾ, ਇੱਥੇ ਹੀ ਰਹਿ ਪੂਰੀ ਜ਼ਿੰਦਗੀ ਗੁਜਰੇ 'ਚ ਗੁਜ਼ਾਰੀ ਆ ਬਾਦਸ਼ਾਹ ਮਾਸ਼ੇ ਦੇ ਕੋਲ, ਉਸਤਾਦ ਦਾਮਨ ਅਕੈਡਮੀ, ਤੇ ਉਹ ਅਜੇ ਉੱਥੇ ਜਗ੍ਹਾ ਮੌਜੂਦ ਹੈ। ਤਾਂ ਗੱਲ ਹੈ ਕਿ ਉਹਨਾਂ ਓਨ ਫਿਰ ਪਾਕਿਸਤਾਨ ਨੂੰ ਕੀਤਾ ਨਾ, ਉਹ ਨਹੀਂ ਉਧਰ ਗਏ, ਤੇ ਹੁਣ ਸਫ਼ਰ ਮਤਲਬ ਅੱਗੇ ਸ਼ੁਰੂ ਕਰੋ ਨਾ, ਪਿੱਛੇ ਜਾਣ ਦਾ ਮੈਨੂੰ ਲੱਗਦਾ ਕਿ ਨੋਸਟੈਲਜਿਕ ਹੋਣ ਦਾ ਇੱਕ ਮਰੀਜ਼ਾਨਾ ਜਾਂ ਨੋਸਟੈਲਜੀਆ ਸਾਡੇ ਵਿੱਚ ਹੈਗਾ, ਇੱਕ ਮਜ਼ੀਦ ਇੱਕ ਐਸਾ ਇਸ਼ੂ ਕਿ ਜਿਹਦੀ ਮੇਰਾ ਖਿਆਲ ਹੈ ਕਿ ਬਹੁਤ ਹੁਣ ਫਾਇਦਾ ਹੀ ਸਾਨੂੰ ਕੋਈ, ਉਹਦੇ ਵਿੱਚ ਤੁਸੀਂ ਉਲਝਾਈ ਜਾ ਰਹੇ ਹੋ ਲੋਕਾਂ ਨੂੰ, ਵੀ ਅੱਗੇ ਚੱਲੋ, ਮੇਰਾ ਖਿਆਲ ਜ਼ਿਆਦਾ ਬਿਹਤਰ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਫਿਊਚਰਿਸਟਿਕ ਹੋਣਾ ਚਾਹੀਦਾ, ਯਕੀਨਨ ਹੋਣਾ ਚਾਹੀਦਾ, ਮੇਰਾ ਖਿਆਲ ਹੈ ਕਿ ਇਨਸਾਨ ਜਾਂ ਅਗਰ ਇਸ ਆਪਣੇ ਖਿੱਤੇ ਦੀ ਅਸੀਂ ਗੱਲ ਕਰ ਲਈਏ, ਇਹਦੇ 'ਚ ਕੋਈ ਸ਼ੁਬਾ ਨਹੀਂ ਹੈ ਕਿ ਇੰਡੀਆ ਔਰ ਪਾਕਿਸਤਾਨ ਦੇ ਲੋਕ, ਅਸੀਂ ਉਸ ਹਸਾਰ ਦੇ ਵਿੱਚੋਂ ਜ਼ਿਹਨੀ ਤੌਰ ਤੇ ਤੁਸੀਂ ਕਹਿ ਲਓ, ਜ਼ਿਹਨੀ ਹਸਾਰ ਕਹਿ ਸਕਦੇ ਹੋ, ਫਿਕਰੀ ਹਸਾਰ ਕਹਿ ਸਕਦੇ ਹੋ, ਪਾਰਟੀਸ਼ਨ ਦੇ ਵਿੱਚੋਂ ਨਿਕਲੇ ਨਹੀਂ ਆ, ਔਰ ਮੇਰਾ ਖਿਆਲ ਹੈ ਕਿ ਅਸੀਂ ਨਿਕਲਣਾ ਵੀ ਨਹੀਂ। ਮੇਰਾ ਖਿਆਲ ਹੈ ਅਸੀਂ ਇੰਨੇ ਹਸਾਰ 'ਚ ਨਹੀਂ ਹੈਗੇ ਜਿੰਨਾ ਕਿ ਇੱਥੇ ਪੰਜਾਬ ਵਿੱਚ ਥੋੜਾ ਜਿਹਾ ਮਹਿਸੂਸ ਹੁੰਦਾ ਜਾਂ ਮਹਿਸੂਸ ਕਰਾਇਆ ਜਾਂਦਾ, ਜਾਂ ਜਿਨ੍ਹਾਂ ਨੂੰ ਪ੍ਰੋਪੇਗੇਟ ਕੀਤਾ ਜਾਂਦਾ, ਉਹਨਾਂ ਨਹੀਂ ਹੈਗਾ ਮਾਮਲਾ। ਹੁਣ ਮੇਰਾ ਖਿਆਲ ਹੈ ਬਹੁਤ ਅੱਗੇ ਨਹੀਂ, ਮੈਂ ਇਹ ਕਹਿਣਾ ਕਿ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਤੇ ਲਿਖਣ ਵਾਲੇ ਲੋਕ ਕਿਤਨੇ ਨੇ, ਮਤਲਬ ਇੱਕ ਚੰਦ ਲੋਕ ਨੇ ਜਿਨ੍ਹਾਂ ਨੇ ਪਾਰਟੀਸ਼ਨ ਦੇ ਹਵਾਲੇ ਨਾਲ ਕੰਮ ਕੀਤਾ ਹੈ, ਉਹਨਾਂ ਦੇ ਵਿੱਚ ਵੀ ਲੋਕ ਇਸ ਸੋਚ ਤੇ ਮੇਰਾ ਖਿਆਲ ਹੈ ਕਿ ਨਹੀਂ ਹੈ ਨੇ, ਜਿਹੜੇ ਇਸ ਤਕਸੀਮ ਨੂੰ ਇੱਕ ਦੁੱਖ ਦੇ ਨਾਲ ਮਹਿਸੂਸ ਕਰ ਰਹੇ ਹੋਣ। ਇੰਡੀਆ ਦੇ ਵਿੱਚ ਅਹਿਸਾਸ ਜ਼ਿਆਦਾ ਸੀ, ਉੱਥੇ ਨੈਸ਼ਨਲਿਜ਼ਮ ਜ਼ਿਆਦਾ ਸੀ। ਪਾਕਿਸਤਾਨ ਦੇ ਲੋਕਾਂ ਦੇ ਵਿੱਚ ਨੈਸ਼ਨਲਿਜ਼ਮ ਦੀ ਕਮੀ ਹੈ, ਅਜੇ ਵੀ ਕਮੀ ਹੈ, ਇੰਡੀਅਨ ਨੈਸ਼ਨਲਿਜ਼ਮ ਦੀ ਵੀ ਕਮੀ ਸੀ। ਹੁਣ ਵੈਸੇ ਮੇਰਾ ਖਿਆਲ ਇੰਡੀਅਨ ਨੈਸ਼ਨਲਿਜ਼ਮ ਕਾਫੀ ਮਜ਼ਬੂਤ ਹੋਇਆ। ਕਿੱਥੇ? ਇੰਡੀਆ 'ਚ। ਇੰਡੀਆ ਦੇ ਵਿੱਚ ਨੈਸ਼ਨਲਿਜ਼ਮ ਤੇ ਪਹਿਲੇ ਹੈ ਸੀ, ਇੰਡੀਆ ਦੇ ਵਿੱਚ ਨੈਸ਼ਨਲਿਜ਼ਮ ਬਹੁਤ ਡੀਪ ਰੂਟਡ ਹੈ, ਔਰ ਪਾਰਟੀਸ਼ਨ ਤੋਂ ਪਹਿਲੇ ਹੈ ਸੀ, ਔਰ ਡੀਪ ਰੂਟਡ ਨੈਸ਼ਨਲਿਜ਼ਮ ਦਾ ਹੀ ਨਤੀਜਾ ਸੀ ਕਿ ਕਾਂਗਰਸ ਇਸ ਹੱਦ ਤੱਕ ਚਲੀ ਗਈ, ਜਿਨ੍ਹਾਂ ਨੂੰ ਆਫਰ ਕੀਤੀ ਕਿ ਪੂਰੇ ਇੰਡੀਆ ਦੀ ਕਿਆਦਤ ਸੰਭਾਲ ਲੈਣ, ਹਕੂਮਤ ਸੰਭਾਲ ਲੈਣ, ਵਜ਼ੀਰ ਆਜ਼ਮ ਬਣ ਜਾਣ, ਤੇ ਤਕਸੀਮ ਤੋਂ ਹਟ ਜਾਣ। ਇਹ ਕਾਂਗਰਸ ਦੀ ਇਹਨਾਂ ਨੂੰ ਆਫਰ ਸੀ, ਇਹਨਾਂ ਨੂੰ ਆਫਰ ਸੀ। ਅੱਛਾ, ਇਸ ਤਰ੍ਹਾਂ, ਹਾਂ, ਇਸ ਤਰ੍ਹਾਂ ਹੋਰ ਜਿਹੜੀ ਕਾਂਗਰਸ ਨੇ ਮੁਸਲਸਲ ਜਿਤਨੀਆਂ ਰਿਆਇਤਾਂ ਮੁਸਲਮਾਨਾਂ ਨੂੰ ਔਰ ਮੁਸਲਿਮ ਲੀਗ ਨੂੰ ਦਿੱਤੀਆਂ, ਮੁਸਲਮਾਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਇੰਡੀਆ ਦੇ ਵਿੱਚ 26 ਰਾਉਂਡ ਅਬਾਊਟ ਸੀ ਪਰਸੈਂਟ, ਲੇਕਿਨ ਉਹਨਾਂ ਨੇ ਪਹਿਲੇ ਦਿਨ ਤੋਂ ਇੱਕ ਤੇ ਸਟੇਜ ਆਈ, ਮਤਲਬ ਜਿਸ ਵਕਤ ਸ਼ਿਮਲਾ ਕਾਨਫਰੰਸ ਵਗੈਰਾ ਹੋਈ, ਉਹਦੇ ਵਿੱਚ ਤੇ ਮੁਸਲਮਾਨਾਂ ਨੂੰ 50% ਤਕਰੀਬਨ ਪੋਜੀਸ਼ਨ ਮਿਲ ਗਈ, ਤੇ ਯਾਨੀ ਇਤਨੀ ਜ਼ਿਆਦਾ ਰਿਆਇਤਾਂ ਜਿਹੜੀਆਂ ਕਾਂਗਰਸ ਦਿੰਦੀ ਰਹੀ, ਉਹ ਨੈਸ਼ਨਲਿਜ਼ਮ ਦੀ ਵਜ੍ਹਾ ਤੋਂ ਦਿੰਦੀ ਰਹੀ ਹੈ ਕਿ ਇੰਡੀਆ ਤਕਸੀਮ ਨਾ ਹੋਵੇ, ਕਿਉਂਕਿ ਸਾਡੀ ਜਿਹੜੀ ਕਿਆਦਤ ਹੈ, ਮੁਸਲਿਮ ਲੀਗ ਦੀ ਜਿਹੜੀ ਕਿਆਦਤ ਹੈ, ਉਹਦਾ ਤਸੱਵਰ ਇਹ ਸੀ ਕਿ ਮੈਂ ਨਾ ਮੰਨੂ। ਇਹਨਾਂ ਦਾ ਆਰਗੂਮੈਂਟ ਆਰਫ ਸਾਹਿਬ ਇਹ ਹੈਗਾ ਸੀ ਕਿ ਇਹਨਾਂ ਕਾ ਜਨਾਬ ਇੱਥੇ 700 ਸਾਲ ਹਿੰਦੂ ਤੇ ਮੁਸਲਮਾਨ ਜਿਹੜੇ ਨੇ ਇਕੱਠੇ ਰਹੇ ਨੇ, ਕੋ ਐਗਜ਼ਿਸਟ ਕਰਦੇ ਰਹੇ ਨੇ, ਕੋ ਐਗਜ਼ਿਸਟ, ਇਕੱਠੇ ਰਹੇ ਨੇ, ਤੇ ਲਿਹਾਜ਼ਾ ਹੁਣ ਜਿਹੜਾ ਹੈ ਨਾ ਤੁਹਾਡਾ ਔਰ ਸਾਡਾ ਇਕੱਠਾ ਰਹਿਣਾ ਮੁਮਕਿਨ ਨਹੀਂ ਹੈਗਾ, ਸਾਡਾ ਅਲੱਗ ਮੁਲਕ ਤੇ ਤੁਹਾਡਾ ਅਲੱਗ ਮੁਲਕ। 700 ਸਾਲ ਇਕੱਠੇ ਰਹਿਣ ਤੋਂ ਬਾਅਦ ਇਹਨੂੰ ਨੇ ਅਹਿਸਾਸ ਹੋਇਆ, ਇਹਨੂੰ ਨੇ ਅਹਿਸਾਸ ਹੋਇਆ ਸੀ ਹੁਣ ਇਕੱਠੇ ਨਹੀਂ ਚੱਲ ਸਕਦੇ। 700 ਸਾਲ ਕਿੰਨਾ? ਅੱਛਾ, ਫਿਰ 700 ਸਾਲ। ਗੱਲ ਇਹ ਕਿ ਅਗਰ ਅੰਗਰੇਜ਼ ਨਾ ਆਉਂਦੇ ਤੇ ਮੁਸਲਮਾਨਾਂ ਦੇ ਵਿੱਚ ਸੋਚ ਨਾ ਪੈਦਾ ਹੁੰਦੀ,